मेरे सतगुर पकड़ी बाह, नहीं तो मैं बह जाता। मेरे सतगुरु पकड़ी बाह, नहीं तो मैं बह जाता, बह जाता। ਸਾਰਿਆਂ ਨੂੰ ਮੇਰੇ ਵੱਲੋਂ ਰਾਧਾ ਸਵਾਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਸਤਿਗੁਰ ਦੇ ਭਾਣੇ ਦੇ ਵਿੱਚ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੱਲ ਜਿਹੜੀ ਇਨਫੋਰਮੇਸ਼ਨ ਡੇਰੇ ਤੋਂ ਆਈ ਸੀ ਕਿ ਬਾਬਾ ਜੀ ਅੱਜ ਸਤਸੰਗ ਕਰਨਗੇ, ਤਾਂ ਸੰਗਤ ਜਿਹੜੀ ਸੀ ਉਹ ਇਸ ਖਬਰ ਨੂੰ ਸੁਣਦੇ ਹੀ ਐਕਸਾਈਟਡ ਹੋ ਗਈ ਸੀ ਤੇ ਸਾਰੇ ਡੇਰੇ ਵੱਲ ਤੁਰ ਪਏ ਸੀ। ਬਹੁਤ ਸੰਗਤ ਕੱਲ ਆਈ ਹੈ। ਰਾਤੀ ਵੀ 5 ਨੰਬਰ ਗੇਟ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਸੰਗਤ ਆਂਦੀ ਰਹੀ। ਅੱਜ ਸਵੇਰੇ ਉਹ ਦਿਨ ਆਇਆ ਜਦ ਸਾਨੂੰ ਉਸ ਮੁਰਸ਼ਿਦ ਦੀ ਬਾਬਾ ਜੀ ਦਾ 2 ਮਹੀਨਿਆਂ ਬਾਅਦ ਉਹ ਆਵਾਜ਼ ਸੁਣਨ ਨੂੰ ਮਿਲੀ ਤੇ ਸਾਡਾ ਜਿਹੜਾ ਦਿਲ ਹੈ ਉਹ ਬਾਗ-ਬਾਗ ਹੋ ਗਿਆ। ਅੱਜ ਬਾਬਾ ਜੀ 8:25 ਤੇ ਸਟੇਜ ਦੇ ਉੱਤੇ ਆ ਗਏ ਸੀ ਤੇ ਨਾਲ ਹੁਜੂਰ ਵੀ ਸੀਗੇ। ਅੱਜ ਬਾਬਾ ਜੀ ਨੇ ਜਿਹੜਾ ਸਤਸੰਗ ਕੀਤਾ ਉਹ 56 ਮਿੰਟ ਦਾ ਕੀਤਾ, 56 ਮਿੰਟ ਦਾ ਕੀਤਾ ਤੇ ਅੱਜ ਉਹਨਾਂ ਨੇ ਜਿਹੜੀ ਬਾਣੀ ਲਿੱਤੀ ਉਹ ਸੀਗੀ दिल दा हुजरा साफ कर, जाना के आने के लिए, ध्यान गैरों का उठा उसके बिठाने के लिए। तो जिहड़ी संगत अज डेरे नहीं आ पाई है, संगत वास्ते उन्हां दे लई ये सत्संग है। तुसीं बड़े ध्यान दे नाल सुन सकते हो जी। दिल का हुजरा साफ कर, जाना के आने के लिए, ध्यान गैरों का उठा उसके बिठाने के लिए। ये जिहड़ी बाणी है ਇਹ ਤੁਲਸੀ ਸਾਹਿਬ ਹਾਥਰਸ ਵਾਲੇ, ਜਿਨ੍ਹਾਂ ਨੂੰ ਦੱਕਨੀ ਬਾਬਾ ਦੇ ਨਾਮ ਦੇ ਕਰਕੇ ਵੀ ਜਾਣਾ ਜਾਂਦਾ ਸੀ, ਉਹਨਾਂ ਦੀ ਬਾਣੀ ਹੈ। ਆਪ ਜੀ ਨੇ स्वामी जी महाराज दे परिवार नूं भी नामदान दिता सी ते उन्हां नूं उतारिया सी। ये जिहड़ा शब्द है ये शेख तकी वास्ते उन्हां ने स्पेशली लिखिया सी। इस दे विच होया की सी, शेख तकी जिहड़ा सी वो एक राजा सीगा, एक बादशाह सीगा ते वो हज करके वापस आ रहा सीगा। ते जद पहले राजे महाराजे वापस आउंदे सी तां वो एक थां दे विच रुकदे हुंदे चलदे सी, क्योंकि सफ़र जिहड़ा है वो घोड़ियां ते उत्ते हुंदा सी। ਤਾਂ ਉਹਨਾਂ ਨੇ ਆਪਣਾ ਜਿਹੜਾ ਟੈਂਟ ਸੀ, ਜਿਹੜਾ ਤੰਬੂ ਸੀ, ਉਹ ਉਸ ਥਾਂ ਤੇ ਲਾ ਲਿੱਤਾ ਜਿੱਥੇ ਤੁਲਸੀ ਸਾਹਿਬ ਦਾ ਵੀ ਨਾਲੇ ਹੀ ਡੇਰਾ ਜਿਹੜਾ ਲੱਗਿਆ ਹੋਇਆ ਸੀ। ਤਾਂ ਜਿਹੜਾ ਦਰਬਾਨ ਹੁੰਦਾ ਹੈ ਸ਼ੇਖ ਤਕੀ ਨੂੰ ਜਾ ਕੇ ਕਹਿੰਦਾ ਹੈ ਕਿ ਬਾਦਸ਼ਾਹ ਜੀ, ਇੱਕ ਸੰਤ ਹੈ, ਉਹਦਾ ਜਿਹੜਾ ਡੇਰਾ ਹੈ ਉਹ ਤੁਹਾਡੇ ਪਾਸੇ ਹੀ ਲੱਗਿਆ ਹੋਇਆ ਹੈ। ਤਾਂ ਸ਼ੇਖ ਤਕੀ ਖੁਸ਼ ਹੁੰਦੇ ਆ ਕਿ ਚਲੋ ਕਿਸੇ ਸੰਤ ਮਹਾਤਮਾ ਦੇ ਦਰਸ਼ਨ ਕਰੀਏ। ਤਾਂ ਉਹ ਉੱਥੇ ਜਾਂਦੇ ਹਨ। ਉਹਨਾਂ ਦੇ ਮਨ ਦੇ ਅੰਦਰ ਤਾਂ ਉਹ ਸ਼ਿੱਦਤ ਤਾਂ ਹੁੰਦੀ ਹੈ ਪਰਮਾਤਮਾ ਵਾਸਤੇ। ਤਾਂ ਉਹ ਤੁਲਸੀ ਦਾਸ ਜੀ ਦੇ ਡੇਰੇ ਦੇ ਅੰਦਰ ਜਾਂਦੇ ਹੈ ਤੇ ਉੱਥੇ ਉਹਨਾਂ ਨੂੰ ਜਾ ਕੇ ਉਹ ਸਲਾਮ ਕਰਦੇ ਹਨ। ਤੁਲਸੀ ਸਾਹਿਬ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਆਪਣੇ ਡੇਰੇ ਦੇ ਵਿੱਚ ਬਿਠਾਉਂਦੇ ਹਨ ਤੇ ਤੁਲਸੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੀ ਅੱਖ ਵੱਲ ਵੇਖਦੇ ਆ। ਤਾਂ ਸ਼ੇਖ ਤਕੀ ਜਿਹੜੇ ਹੈ ਉਹ ਇੱਕ ਸਵਾਲ ਉਹਨਾਂ ਤੋਂ ਕਰਦੇ ਹੈ ਕਿ ਮਹਾਤਮਾ ਜੀ, ਸਾਨੂੰ ਕੋਈ ਅੱਲਾ ਬਾਰੇ ਬਤਾਓ, ਕੁਝ ਭਗਵਾਨ ਬਾਰੇ ਬਤਾਓ। ਤਾਂ ਜਿਹੜੇ ਤੁਲਸੀ ਸਾਹਿਬ ਹੈ ਉਹ ਉਹਨਾਂ ਨੂੰ ਬੜਾ ਹੀ ਸੁੰਦਰ ਤਰੀਕੇ ਦੇ ਨਾਲ ਕਹਿੰਦੇ ਆ ਕਿ ਸ਼ੇਖ ਤਕੀ, ਆਪਾਂ ਸਾਰੇ ਚਾਹੁੰਦੇ ਆ ਕਿ ਆਪਾਂ ਉਸ ਪਰਮਾਤਮਾ ਨੂੰ ਪਾ ਸਕੀਏ, ਆਪਾਂ ਸਾਰੇ ਚਾਹੁੰਦੇ ਆ ਕਿ ਆਪਾਂ ਉਸ ਪਰਮਾਤਮਾ ਦੇ ਨਾਲ ਮਿਲ ਸਕੀਏ, ਲੇਕਿਨ ਸਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਵੇਖੋ, ਜਦ ਸਾਡਾ ਘਰ ਕੋਈ ਮਹਿਮਾਨ ਆਉਂਦਾ ਹੈ, ਆਪਾਂ ਕਿੰਨਾ ਆਪਣੇ ਘਰਾਂ ਨੂੰ ਸਾਫ਼ ਕਰਦੇ ਹਾਂ, ਉਸ ਦੇ ਬਿਠਾਣੇ ਦੀ ਜਗ੍ਹਾ ਨੂੰ ਸਾਫ਼ ਕਰਦੇ ਹਾਂ, ਉਹਨਾਂ ਨੂੰ ਆਪਣੇ ਘਰ ਨੂੰ ਸ਼ੁੱਧ ਕਰਦੇ ਹਾਂ, ਉਹਨਾਂ ਦੇ ਲਈ ਪੱਕੇ ਪਕਵਾਨ ਬਣਾਉਂਦੇ ਹਾਂ, ਆਪਣੇ ਘਰ ਨੂੰ ਸਾਫ਼ ਕਰਦੇ ਹਾਂ, ਕਿਉਂਕਿ ਆਪਾਂ ਜਾਣਦੇ ਹਾਂ ਕਿ ਕੋਈ ਮਹਿਮਾਨ ਸਾਡੇ ਘਰ ਆ ਰਿਹਾ ਹੈ। ਲੇਕਿਨ ਜਦ ਆਪਾਂ ਪਰਮਾਤਮਾ ਦੀ ਗੱਲ ਕਰਦੇ ਹਾਂ, ਜਦ ਆਪਾਂ ਅੱਲਾ ਦੀ ਗੱਲ ਕਰਦੇ ਹਾਂ, ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਕੀ ਆਪਣੇ ਮਨ ਨੂੰ ਸਾਫ਼ ਕਰਦੇ ਹਾਂ? ਤਾਂ ਉਹਨਾਂ ਨੇ ਬਾਣੀ ਲਿੱਤੀ, ਦਿਲ ਕਾ ਹੁਜਰਾ ਸਾਫ਼ ਕਰ, ਜਾਨਾ ਕੇ ਆਨੇ ਕੇ लिए, ध्यान गैरों का उठा उसके बिठाने के लिए।
ਉਹਨਾਂ ਨੇ ਸਮਝਾਇਆ ਕਿ ਇਹ ਜਿਹੜਾ ਸਾਡਾ ਦਿਲ ਹੈ ਇਹ ਮੈਲਾ ਹੋਇਆ ਪਿਆ ਹੈ, ਇਹ ਗੰਦਾ ਹੋਇਆ ਪਿਆ ਹੈ, ਕਾਲਾ ਹੋਇਆ ਪਿਆ ਹੈ। ਇਹ ਸਾਫ਼ ਕਦ ਹੋਵੇਗਾ? ਜਦ ਆਪਾਂ ਉਹ ਜਿਹੜਾ ਧਿਆਨ ਹੈ ਉਹ ਗਹਿਰੋਂ ਤੋਂ ਉਠਾ ਕੇ ਉਸ ਪਰਮਾਤਮਾ ਦੇ ਨਾਲ ਜੋੜਾਂਗੇ। ਆਪਾਂ ਅੱਜ ਕੱਲ ਕੀ ਕਰਦੇ ਆ? ਸਾਡਾ ਜਿਹੜਾ ਦਿਲ ਹੈ ਉਹ ਕਾਮ, ਕ੍ਰੋਧ, ਮੋਹ, ਲੋਭ ਦੇ ਵਿੱਚ ਲੱਗਿਆ ਹੋਇਆ ਹੈ। ਬਾਬਾ ਜੀ ਨੇ ਬੜੇ ਖੋਲ ਕੇ ਆ ਸਤਸੰਗ ਦੇ ਵਿੱਚ ਸਮਝਾਇਆ ਕਿ ਜਦ ਤੱਕ ਆਪਾਂ ਆਪਣੇ ਮਨ ਨੂੰ ਸਾਫ਼ ਨਹੀਂ ਕਰਾਂਗੇ, ਆਪਣੇ ਮਨ ਦੇ ਵਿੱਚ ਉਹ ਸ਼ਿੱਦਤ ਨਹੀਂ ਲੈ ਕੇ ਆਵਾਂਗੇ, ਆਪਣੇ ਮਨ ਨੂੰ ਸਾਫ਼ ਨਹੀਂ ਕਰਾਂਗੇ, ਤਦ ਤੱਕ ਉਹ ਪਰਮਾਤਮਾ ਸਾਡੇ ਕੋਲ ਨਹੀਂ ਆ ਸਕਦਾ। ਆਪਾਂ ਇਸ ਵਹਿਮ ਦੇ ਵਿੱਚ ਨਾ ਰਹੀਏ ਕਿ ਆਪਾਂ ਗਲਤ ਕੰਮ ਕਰਦੇ ਰਵਾਂਗੇ ਤੇ ਉਹ ਪਰਮਾਤਮਾ ਸਾਡੇ ਵਿੱਚ ਆ ਜਾਊਗਾ। ਜਦ ਇੱਕ ਮਹਿਮਾਨ ਸਾਡੇ ਘਰ ਨਹੀਂ ਆ ਸਕਦਾ, ਜੇ ਆਪਾਂ ਘਰ ਸਵੱਛ ਨਾ ਹੋਵੇ, ਤਾਂ ਉਹ ਪਰਮਾਤਮਾ ਜਿਨ੍ਹਾਂ ਨੇ ਸਾਡੀ ਕਾਇਨਾਤ ਬਣਾਈ ਹੈ ਉਹ ਸਾਡੇ ਘਰ ਵਿੱਚ ਆ ਸਕਦਾ ਹੈ। ਸਾਡਾ ਸੱਚਾ ਘਰ ਕਿਹੜਾ ਹੈ? ਉਹ ਦਿਲ ਹੈ। ਉੱਥੇ ਅੰਧਕਾਰ ਹੋਇਆ ਪਿਆ ਹੈ, ਉੱਥੇ ਨਫ਼ਰਤ ਭਰੀ ਪਈ ਹੈ। ਆਪਾਂ ਕੀ ਕਰਦੇ ਆ? ਇਸ ਤੋਂ ਜੈਲਸ ਕਰਦੇ ਆ, ਉਸ ਤੋਂ ਜੈਲਸ ਕਰਦੇ ਆ। ਆਪਾਂ ਆਪਣੇ ਮਨ ਦੇ ਵਿੱਚ ਕਾਮ, ਕ੍ਰੋਧ ਲੈ ਕੇ ਆਉਂਦੇ ਆ, ਮੋਹ ਲੈ ਕੇ ਆਉਂਦੇ ਆ ਤੇ ਆਪਣਾ ਮੂੰਹ ਜਿਹੜਾ ਹੈ ਉਸ ਪਰਮਾਤਮਾ ਤੋਂ ਵਿਮੁਖ ਕਰੇ ਬੈਠੇ ਆ। ਤੁਸੀਂ ਕੀ ਸੋਚਦੇ ਹੋ? ਆ ਸਾਡੇ ਦਿਲ ਦੇ ਵਿੱਚ ਉਹਦਾ ਦਾ ਖਿਆਲ ਹੈ, ਉਹਨੇ ਮੈਨੂੰ ਇਹ ਕਿਉਂ ਕਹਿਤਾ, ਉਹਨੇ ਮੈਨੂੰ ਇਹ ਨਹੀਂ ਦਿੱਤਾ, ਉਹ ਮੈਨੂੰ ਕਿਉਂ ਛੱਡ ਕੇ ਚਲਾ ਗਿਆ। ਮੈਂ ਅੱਜ ਆਪਾਂ ਦੁਨੀਆ ਦੇ ਲਈ ਟੈਨਸ਼ਨ ਕਰੀ ਬੈਠੇ ਆ। ਆਪਾਂ ਕਦੇ ਇੰਨਾ ਧਿਆਨ ਪਰਮਾਤਮਾ ਵਾਸਤੇ ਕੀਤਾ ਹੈ? ਕਦੇ ਆਪਾਂ ਨੇ ਉਸ ਪਰਮਾਤਮਾ ਬਾਰੇ ਸੋਚਿਆ ਹੈ ਕਿ ਉਹ ਪਰਮਾਤਮਾ ਸਾਡੇ ਕੋਲ ਕਿਉਂ ਨਹੀਂ ਆਉਂਦਾ? ਆਪਾਂ ਜਾ ਕੇ ਕਹਿ ਦਿੰਦੇ ਆ ਜੀ ਭਜਨ ਸਿਮਰਨ ਕਰਦੇ ਆ, ਸਾਡਾ ਧਿਆਨ ਨਹੀਂ ਲੱਗਦਾ। ਉਹ ਭਾਈ ਜਦ ਤੱਕ ਆਪਣੇ ਮਨ ਨੂੰ ਸਾਫ਼ ਨਹੀਂ ਕਰੋਗੇ, ਜੋ ਪਰਮਾਤਮਾ ਕੀ ਸੋਚਦੇ ਹੋ ਤੁਹਾਡੇ ਕੋਲ ਆ ਜਾਊਗਾ? ਕਦੇ ਵੀ ਨਹੀਂ ਆ ਸਕਦਾ। ਇਸ ਭਰਮ ਦੇ ਵਿੱਚ ਨਾ ਰਹੋ। ਜਦ ਤੱਕ ਉਹ ਸਾਡਾ ਦਿਲ ਸਾਫ਼ ਨਹੀਂ ਹੋਵੇਗਾ, ਜਦ ਤੱਕ ਉਹਦੇ ਵਿੱਚ ਪਿਆਰ ਨਹੀਂ ਆਵੇਗਾ, ਜਦ ਤੱਕ ਉਹਦੇ ਵਿੱਚ ਨਮਰਤਾ ਨਹੀਂ ਆਵੇਗੀ, ਉਹ ਪਰਮਾਤਮਾ ਸਾਡੇ ਕੋਲ ਨਹੀਂ ਆ ਸਕਦਾ। ਫਿਰ ਆਗੇ ਉਹ ਸਮਝਾਉਂਦੇ ਹਨ, ਧਿਆਨ ਗੈਰੋਂ ਕਾ ਉਠਾ ਉਸਕੇ ਠਿਕਾਣੇ ਕੇ लिए। ਕਿ ਜਿਹੜਾ ਦਿਲ ਹੈ, ਇਹ ਜੇ ਆਪਾਂ ਕਰੀ ਬੈਠੇ ਆ ਨਾ ਦੂਜਿਆਂ ਦਾ ਖਿਆਲ, ਇਹਨਾਂ ਨੂੰ ਹਟਾਉਣਾ ਪੈਣਾ ਹੈ। ਜੇ ਆਪਾਂ ਆਪਣੇ ਦਿਲ ਦੇ ਵਿੱਚ ਉਹ ਸਪੇਸ ਰੱਖਾਂਗੇ ਤਾਂ ਉਹ ਪਰਮਾਤਮਾ ਸਾਡੇ ਕੋਲ ਆਊਗਾ। ਤੁਸੀਂ ਸੋਚੋ, ਤੁਹਾਡੇ ਘਰ ਦੇ ਵਿੱਚ ਤੁਸੀਂ ਕੋਈ ਨਵਾਂ ਫਰਨੀਚਰ ਲੈ ਕੇ ਆਉਣਾ ਚਾਹੁੰਦੇ ਹੋ, ਜੇ ਤੁਹਾਡੇ ਘਰ ਦੇ ਵਿੱਚ ਪਹਿਲਾਂ ਹੀ ਸਾਰਾ ਕੁਝ ਲੱਗਿਆ ਹੋਇਆ ਹੈ ਕਿ ਨਵੇਂ ਫਰਨੀਚਰ ਆਉਣ ਦੀ ਲੋੜ ਹੈਗੀ ਆ, ਜੇ ਉੱਥੇ ਕੋਈ ਜਗ੍ਹਾ ਹੈਗੀ ਆ ਉਹਨਾਂ ਨੂੰ ਸੈਟਲ ਕਰਨ ਵਾਸਤੇ, ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਉਹ ਸਪੇਸ ਬਣਾਓਗੇ ਜੇ ਕੋਈ ਨਵੀਂ ਚੀਜ਼ ਆ ਸਕੇ। ਉਹੀ ਸਾਡੇ ਦਿਲ ਦਾ ਹਾਲ ਹੈ। ਅੱਜ ਆਪਾਂ ਦੂਜਿਆਂ ਦਾ ਸਥਾਨ ਲੈ ਕੇ ਬੈਠੇ ਹੋਏ ਹਨ, ਦਿਲ ਦੇ ਵਿੱਚ ਇੰਨੀ ਨਫ਼ਰਤ ਲੈ ਕੇ ਬੈਠੇ ਹੋਏ ਹਨ, ਇੰਨੀ ਗਰਜਸ ਲੈ ਕੇ ਬੈਠੇ ਹੋਏ ਹਨ ਕਿ ਆਪਾਂ ਸੋਚਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਨਾਲ ਉਹ ਪਰਮਾਤਮਾ ਸਾਡੇ ਘਰ ਆ ਜਾਊਗਾ। ਜਦ ਤੱਕ ਆਪਾਂ ਉਹ ਜਗ੍ਹਾ ਨਹੀਂ ਬਣਾਵਾਂਗੇ, ਜਦ ਤੱਕ ਆਪਾਂ ਉਹ ਸਪੇਸ ਨਹੀਂ ਬਣਾਵਾਂਗੇ, ਉਹ ਪਰਮਾਤਮਾ ਸਾਡੇ ਦਿਲ ਵਿੱਚ ਨਹੀਂ ਆ ਸਕਦਾ। फिर बाबा जी ने आगे समझाया कि चश्मे दिल से देख यहाँ जो जो तमाशे हो रहे, दिल सिता क्या क्या है तेरे दिल सताने के लिए। कि हुण अपने दिल तो पूछ तकी कि इस दुनिया दे विच की तमाशे हो रहे हैं। आप रोज देखते हैं एक नवा तमाशा खड़ा हो जाता है, जात नूं लैके, धर्म नूं लैके, इस चीज़ का झगड़ा, उस चीज़ का झगड़ा, बीवी नाल झगड़ा, बच्चियां नाल झगड़ा। ये तमाशे ही तो हो रहे हैं, ये कोई सच्ची चीज़ तो नहीं साडे कोल हो रही है। ये सारा कुछ साडे दिल जड़ा है वो सताउंदियां हन, साडे दिल दे विचों तड़प पैदा नहीं करन दिंदी परमात्मा वास्ते। आपां इन्हां विचों ही फसे रहंदे हैं। फिर आगे उन्होंने समझाया, एक दिल लाखों तमन्ना उस पे और ज्यादा हवस, फिर ठिकाना है कहाँ उसके ठिकाने के लिए। कि आपा एक दिल तो परमात्मा ने सानू एको ही दिता है, लेकिन ओदे विच जेड़ी तमन्ना, जेड़ी विशेष, जेड़ी डिजायर्स आपा लेके बैठे आ, वो तां भाई अनलिमिटेड लगाई बैठे आ। आपा दा जेड़ा मन है वो तां दा कुआ होया पिया है। अज ये चीज चाहिदी है, कल नूं वो चीज चाहिदी है। आपा कदे फुल स्टॉप लावांगे कि नहीं लावांगे? आपा ने की सोचते हैं अज ये चीज पूरी हो जाती है, चलो जी कोई ना, थोड़े दिन उन्हां दे नाल सर लेंदे आ, फिर कोई दूजी चीज खड़ी हो जाती है। कदे सानू लस्ट दी डिजायर है, कदे सानू सक्सेस दी डिजायर है, कदे सानू लगता है कि मेरे कोल गड्डी आ जावे, मेरे कोल हवेली आ जावे, मेरे कोल ये आ जावे, मेरे कोल वो आ जावे। कदे आपां परमात्मा तो परमात्मा नूं मंगदे आ भाई, कदे आपां सोचदे आ कि परमात्मा जी सानू मिल जाऊगा तो फिर सानू किस चीज की लोड़ पऊगी भाई। तुसी सोचो, तुसी जे थोड़ा संबंध आपां दुनिया की गल करें, जे प्रधानमंत्री दे नाल ही हो जाएगा कि कोई चीज़ इहो जी है जिहड़ी थोड़े नूं नहीं मिलूगी, लेकिन आपां तो सोचते हैं कि आपां ना तो उस दे नाल कनैक्शन ही नहीं जोड़ना है भाई। जे आपां परमात्मा तो परमात्मा नूं मंगांगे, जे आपां अपनी डिजायर नूं परमात्मा दे अगे रखांगे, फिर उहदी जिम्मेवारी बनदी है, फिर वो सानू किसी चीज़ तो पिछे नहीं रखूगा।
ਲੇਕਿਨ ਆਪਾਂ ਸਮਝਦੇ ਨਹੀਂ ਹੈ। ਆਪਾਂ ਸੋਚਦੇ ਆ ਕਿ ਇਹ ਜਿਹੜੀਆਂ ਡਿਜ਼ਾਇਰ ਹਨ ਇਹ ਸਾਨੂੰ ਸ਼ਾਂਤੀ ਦੇ ਦੂਗੀ। ਪੈਸੇ ਦੇ ਨਾਲ, ਅਹੁਦਿਆਂ ਦੇ ਨਾਲ ਨਾ ਕਿਸੇ ਨੂੰ ਸ਼ਾਂਤੀ ਮਿਲੀ ਹੈ ਨਾ ਕਦੇ ਮਿਲੂਗੀ। ਤੁਸੀਂ ਰੋਜ਼ ਵੇਖਦੇ ਹੋ ਕੋਈ ਵੱਡੇ ਤੋਂ ਵੱਡਾ ਕਲਾਕਾਰ, ਭਾਵੇਂ ਕੋਈ ਹਾਸਿਆਂ ਤੋਂ ਹੋਵੇ, ਭਾਵੇਂ ਕੋਈ ਕਿਸੇ ਪਿਕਚਰ ਤੋਂ ਹੋਵੇ, ਭਾਵੇਂ ਕੋਈ ਬੈਰਿਸਟਰ ਹੋਵੇ, ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ, ਭਾਵੇਂ ਕੋਈ ਆਮ ਇਨਸਾਨ ਹੋਵੇ, ਲੋਕੀ ਰੋਜ਼ ਜਾ ਰਹੇ ਹਨ ਦੁਨੀਆ ਤੋਂ। ਕਿ ਉਹਨਾਂ ਦੀ ਜਿਹੜੀ ਖੁਆਇਸ਼ਾਂ ਹਨ ਉਹ ਪੂਰੀ ਹੋ ਗਈਆਂ ਹਨ? ਇੰਨੇ ਰਾਜੇ ਮਹਾਰਾਜੇ ਆਏ, ਉਹਨਾਂ ਨੇ ਇੰਨੀ ਔਰਤਾਂ ਦੀ ਜ਼ਿੰਦਗੀ ਤਬਾਹ ਕੀਤੀ ਕਿ ਉਹਨਾਂ ਦੀ ਤੜਪ ਮਿਟ ਗਈ, ਕਿ ਉਹਨਾਂ ਦੀ ਭੂਖ ਮਿਟ ਗਈ। ਇੰਨਾ ਪੈਸੇ ਵਾਲੇ ਲੋਕੀ ਦੁਨੀਆ ਦੇ ਵਿੱਚ ਰਹਿੰਦੇ ਆ। ਆਪਾਂ ਜੇ ਤੁਸੀਂ ਰਿਚੈਸਟ ਪਰਸਨ ਆਫ ਦਾ ਵਰਲਡ ਤਾਂ ਪੁੱਛੋ, ਜਿਹੜਾ ਸਭ ਤੋਂ ਅਮੀਰ ਇਨਸਾਨ ਹੈ ਐਲਨ ਮਸਕ ਜਾਂ ਹੋਰ ਕੋਈ ਹੈਗਾ, ਤੁਸੀਂ ਉਹਨਾਂ ਤੋਂ ਪੁੱਛੋ ਕਿ ਉਹਨਾਂ ਦੀ ਭੁੱਖ ਮਿਟ ਗਈ? ਕਦੇ ਵੀ ਨਹੀਂ ਮਿਟ ਸਕਦੀ। ਕਿਉਂਕਿ ਪੈਸੇ ਤੋਂ, ਇਹਨਾਂ ਅਹੁਦਿਆਂ ਤੋਂ ਸਾਡੀ ਜਿਹੜੀ ਖੁਆਇਸ਼ਾਂ ਹਨ, ਇਹਨਾਂ ਤੋਂ ਸਾਡੇ ਦਿਲ ਜਿਹੜਾ ਹੈ ਉਹ ਸ਼ਾਂਤ ਨਹੀਂ ਹੋ ਸਕਦਾ। ਇਹ ਜਿਹੜੀਆਂ ਹਨ ਇਹ बढ़ਦੀਆਂ ਰਵਾਂਗੀ ਜਦ ਤੱਕ ਆਪਾਂ ਉਸ ਭਜਨ ਸਿਮਰਨ ਦੇ ਉੱਤੇ ਨਹੀਂ ਲਾਵਾਂਗੇ, ਉਸ ਪਰਮਾਤਮਾ ਨੂੰ ਆਪਣੇ ਦਿਲ ਦੇ ਵਿੱਚ ਨਹੀਂ ਬਿਠਾਵਾਂਗੇ। ਇਹ ਜਿਹੜੀਆਂ ਖੁਆਇਸ਼ਾਂ ਹਨ ਇਹ ਪੂਰੀ ਨਹੀਂ ਹੋਣ ਲੱਗੀ। ਫਿਰ ਅੱਗੇ ਸਾਨੂੰ ਕੀ ਸਮਝਾਉਂਦੇ ਆ? ਨਕਲੀ ਮੰदिर मस्जिदों जाए सद अफसोस है, कुदरती मस्जिद का साकिन दुख उठाने के लिए। It is a great pity that growing in a false temples and mosque, the dweller of the true mosque, that human body is made to suffer। ਅੱਗੇ ਕੀ ਸਮਝਾਉਂਦੇ ਆ ਕਿ ਇਹ ਜਿਹੜੇ ਆਪਾਂ ਧਰਮ ਸਥਾਨਾਂ ਦੇ ਉੱਤੇ ਜਾਂਦੇ ਆ, ਇਹ ਆਪਾਂ ਸੋਚਦੇ ਆ ਕਿ ਇੱਥੇ ਸਾਡੀ ਸਾਰਾ ਕੁਝ ਹੋ ਜਾਊਗਾ। ਭਾਈ ਇਹ ਬਣਾਏ ਗਏ ਸੀ ਸਾਨੂੰ ਗਿਆਨ ਦੇਣ ਵਾਸਤੇ, ਸਾਡੇ ਅੰਦਰ ਉਹ ਕਨੈਕਟੀਵਿਟੀ ਜੋੜ ਵਾਸਤੇ, ਸਾਨੂੰ ਉਹ ਐਟਮੋਸਫੇਅਰ ਕ੍ਰੀਏਟ ਕਰਨ ਵਾਸਤੇ ਕਿ ਆਪਾਂ ਉਸ ਪਰਮਾਤਮਾ ਦੇ ਨਾਲ ਗੱਲ ਕਰ ਸਕੀਏ, ਆਪਾਂ ਉਸ ਪਰਮਾਤਮਾ ਦੇ ਨਾਲ ਜੁੜ ਸਕੀਏ। ਲੇਕਿਨ ਜਿਹੜਾ ਸੱਚਾ ਮੰਦਰ ਹੈ, ਹਰ ਮੰਦਰ ਇਹ ਸ਼ਰੀਰ ਹੈ। ਇਹ ਜਿਹੜਾ ਸ਼ਰੀਰ ਸਾਨੂੰ ਮਿਲਿਆ ਹੋਇਆ ਹੈ ਇਹ ਉਹ ਹਰ ਕਾ ਮੰਦਰ ਹੈ। ਮੰਦਰ का असली मीनिंग क्या है? मन के अंदर, इनसाइड द मन। ਇਹ ਹਿਊਮਨ ਬੋਡੀ ਜਿਹੜੀ ਸਾਨੂੰ ਦਿੱਤੀ ਗਈ ਹੈ ਇਹ ਉਸ ਪਰਮਾਤਮਾ ਦਾ ਜੀਤਾ ਜਾਗਤਾ ਮੰਦਰ ਹੈ। ਲੇਕਿਨ ਸਾਡੇ ਵਿੱਚੋਂ ਕਿੰਨੇ ਇਸ ਚੀਜ਼ ਨੂੰ ਸਮਝਦੇ ਆ ਭਾਈ? ਆਪਾਂ ਤਾਂ ਇਸ ਝੂਠੀ ਤਸੱਲੀ ਦੇ ਵਿੱਚ ਬੈਠੇ ਆ ਕਿ ਕਿੱਥੇ ਨਾਕ ਰਗੜ ਲਈਏ, ਕਿੱਥੇ ਮੱਥੇ ਟੇਕ ਲਈਏ, ਕਿੱਥੇ ਜਾ ਕੇ ਫੁੱਲ ਚੜਾਏ ਆਈਏ, ਕਿਸੇ ਨੂੰ ਦੁੱਧ ਪਿਆਏ ਆਈਏ ਤੇ ਸਾਡੀ ਜਿਹੜੀ ਚੀਜ਼ ਹੈ ਉਹ ਪੂਰੀ ਹੋ ਜੂਗੀ। ਕਦੇ ਵੀ ਨਹੀਂ ਹੋਣ ਲੱਗੀ ਭਾਈ, ਕਦੇ ਵੀ ਨਹੀਂ ਹੋਣ ਲੱਗੀ। ਜਦ ਤੱਕ ਆਪਾਂ ਉਸ ਕੁਦਰਤੀ, ਉਸ ਮਨ ਦੇ ਅੰਦਰ ਆਪਾਂ ਨਹੀਂ ਜਾਵਾਂਗੇ, ਆਪਾਂ ਸਫਰ ਕਰਦਿਆਂ ਰਵਾਂਗੇ ਭਾਈ। ਆਪਾਂ ਇਸ ਚੀਜ਼ ਤੋਂ ਪਾਰ ਨਹੀਂ ਉੱਠ ਸਕਦੇ। ਸੱਚਾ ਮੰਦਰ, ਸੱਚਾ ਮਸਜਿਦ, ਸੱਚਾ ਗੁਰਦੁਆਰਾ, ਸੱਚਾ ਚਰਚ ਉਹ ਸਾਡੇ ਅੰਦਰ ਹੈ। ਪਹਾੜ ਜਿਹੜੀਆਂ ਹਨ ਉਹ ਸਿੰਬੋਲਿਕ ਚੀਜ਼ਾਂ ਹਨ, ਉਹ ਸਾਨੂੰ ਸਮਝਾਉਣ ਵਾਸਤੇ ਕ੍ਰੀਏਟ ਕਰੀਆਂ ਗਈਆਂ ਹਨ ਕਿ ਆਪਾਂ ਸਮਝ ਸਕੀਏ, ਕਿ ਆਪਾਂ ਇੱਥੋਂ ਤੋਂ ਟੀਚਿੰਗ ਲੈ ਸਕੀਏ। ਆਪਾਂ ਇੱਥੇ ਸਤਸੰਗ ਦੇ ਵਿੱਚ ਆਉਂਦੇ ਆ। ਸਤਸੰਗ ਕੀ ਹੈ? ਕਿ ਸਤਸੰਗ ਦੇ ਵਿੱਚ ਆਉਣ ਵਾਸਤੇ ਤੁਹਾਡੇ ਕਰਮ ਕੱਟ ਜਾਂਦੇ ਆ? ਕਿ ਸਤਸੰਗ ਆਉਣ ਵਾਸਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਮਿਰਾਕਲ ਹੋ ਜਾਂਦਾ ਹੈ? ਕਦੇ ਨਹੀਂ ਹੁੰਦਾ। ਸਤਸੰਗ ਤੁਹਾਨੂੰ ਦਿੱਤਾ ਜਾਂਦਾ ਹੈ ਤੁਹਾਨੂੰ ਸਿਖਾਉਣ ਵਾਸਤੇ ਕਿ ਤੁਸੀਂ ਟੀਚਿੰਗ ਇੱਥੇ ਤੋਂ ਲਿਓ। ਜੇ ਤੁਸੀਂ ਸੋਚੋ ਤੁਸੀਂ ਇੱਥੇ ਆ ਕੇ ਮੱਥੇ ਰਗੜਨਾ ਸ਼ੁਰੂ ਕਰ ਦਿਓ, ਜਾਂ ਤੁਸੀਂ ਇੱਥੇ ਆ ਕੇ ਇੱਥੇ ਦੀ ਮਿੱਟੀ ਲੈ ਜਾਓ, ਇੱਥੇ ਦਾ ਪਾਣੀ ਲੈ ਜਾਓ, ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਬਦਲ ਜੂਗਾ ਭਾਈ? ਕਦੇ ਵੀ ਨਹੀਂ ਬਦਲ ਸਕਦਾ। ਇਹ ਝੂਠੀ ਤਸੱਲੀ ਦੇ ਵਿੱਚ ਨਹੀਂ ਰਹਿਣਾ ਆਪਾਂ ਨੂੰ। ਇਹ ਸੱਚਾ ਮੰਦਰ ਤੁਹਾਡਾ ਸਰੀਰ ਹੈ, ਕਰਕੇ ਵਿਖਾਉਣਾ ਹੈ, ਕਰਕੇ ਵਿਖਾਉਣਾ ਹੈ। ਅੱਗੇ ਕੀ ਸਮਝਾਉਂਦੇ ਆ? कुदरती काबे की तू मेहराब से सुन गौर से, आ रही तुर से सदा तेरे बुलाने के लिए। कि we should listen with attention in the prayer niche of the true Kaaba। ਉਹ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਉਸ ਕੁਦਰਤੀ ਕਾਬੇ ਕੀ, ਉਹ ਕੁਦਰਤੀ ਕਾਬਾ ਕਿਹੜਾ ਹੈ? ਉਹ ਜਿਹੜਾ ਸੱਚਾ ਸੱਚਖੰਡ ਜਿੱਥੇ ਉਹ ਪਰਮਾਤਮਾ ਨਿਵਾਸ ਕਰਦਾ ਹੈ, ਉੱਥੇ ਤੋਂ ਜਿਹੜੀ ਧੁਨ ਆ ਰਹੀ ਹੈ ਉਹ ਸਾਨੂੰ ਸੁਣਨੀ ਹੈ। ਉਹ ਜਿਹੜੀ ਧੁਨ ਹੈ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਾਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆ ਰਹੀ ਤੁਰ ਸੇ ਸਦਾ ਤੇਰੇ ਬੁਲਾਨੇ ਕੇ लिए। The sound is coming from the court of the Lord and is calling you। ਕਿ ਉਹ ਜਿਹੜੀ ਧੁਨ ਹੈ ਉਸ ਪਰਮਾਤਮਾ ਦੇ ਸਥਾਨ ਤੋਂ ਆ ਰਹੀ ਹੈ ਭਾਈ। ਸੁਣਨ ਦੀ ਕੋਸ਼ਿਸ਼ ਤਾਂ ਕਰੀਏ। ਆਪਾਂ ਭਜਨ ਸਿਮਰਨ ਵਿੱਚ ਬਹਿ ਕੇ ਉਸ ਧੁਨ ਨੂੰ ਸੁਣਨ ਦੀ ਕੋਸ਼ਿਸ਼ ਤਾਂ ਕਰੀਏ। ਉਹ ਧੁਨ ਕਾਰੇ ਮਾਰ ਰਹੀ ਹਨ, 24 ਘੰਟੇ ਸਾਨੂੰ ਬੁਲਾ ਰਹੀ ਹਨ। ਉਹ ਪਰਮਾਤਮਾ ਤਾਂ ਬਾहें ਫੈਲਾਏ ਬੈਠਾ ਹੋਇਆ ਹੈ ਕਿ ਮੇਰੇ ਪੁੱਤਰ, ਮੇਰੀ ਧੀਆਂ, ਮੇਰੀ ਆਤਮਾਓ ਮੇਰੇ ਕੋਲ ਆ ਜਾਓ ਮੇਰੇ ਕੋਲ। ਲੇਕਿਨ ਆਪਾਂ ਆਪਣੇ ਬਾਪ ਤੋਂ ਮੁਖ ਵਿਮੁਖ ਹੋਏ ਬੈਠੇ ਆ। ਆਪਾਂ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਕਰਦੇ। ਕਿਤੇ ਕੋਈ
ਤਿਉਹਾਰ ਆ ਜਾਂਦਾ ਹੈ ਆਪਾਂ ਉਹਨਾਂ ਨੂੰ ਯਾਦ ਕਰ ਲੈਂਦੇ ਆ, ਬਾਕੀ ਦਿਨ ਫਿਰ ਆਪਾਂ ਆਪਣੇ ਕੰਮ-ਕਾਜ ਵਿੱਚ ਫਸ ਜਾਂਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਕੰਮ-ਕਾਜ ਨਾ ਕਰੋ ਜਾਂ ਬੱਚਿਆਂ ਵਾਸਤੇ ਟਾਈਮ ਨਾ ਕੱਢੋ, ਲੇਕਿਨ ਭਾਈ ਦਿਨ ਦੇ ਵਿੱਚ 24 ਘੰਟੇ ਹੁੰਦੇ ਆ ਕਿ ਸਾਡੇ ਕੋਲ ਇੰਨਾ ਵੀ ਟਾਈਮ ਨਹੀਂ ਕਿ ਆਪਾਂ ਉਸ ਆਪਣੇ ਬਾਪ ਨੂੰ ਯਾਦ ਕਰ ਸਕੀਏ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ। ਅੱਜ ਸਾਡੇ ਕੋਲ ਇਹ ਗੱਡੀਆਂ ਹਨ, ਇਹ ਪੈਸੇ ਹਨ, ਇਹ ਪਰਿਵਾਰ ਹਨ, ਇਹ ਸਾਨੂੰ ਸਾਂਸ ਚੱਲ ਰਹੀ ਹਨ, ਸਾਡੇ ਕਾਰਜ ਹੋ ਰਹੇ ਹਨ, ਆਪਾਂ ਉਹਨਾਂ ਨੂੰ ਭੁੱਲੀ ਬੈਠੇ ਆ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ। परमात्मा ने सानू सत्संग तो जोड़िया है, सानू नामदान दिता है, की ये कदर कर रहे हैं हम उस परमात्मा दी? सानू समझण दी लोड़ है भाई। फिर सानू समझाउंदे हन, क्यों भटकता फिर रहा तू ए तलाशे यार में, रास्ता शाहरग में है दिल भर पे जाने के लिए। कहंदे आ, why are you wandering around lost in search of beloved? The way to reach the charming one lies through the शाहरग। ਉਹ ਸਾਨੂੰ ਸਮਝਾਉਂਦੇ ਹਨ ਕਿ ਜੇ ਤੂੰ ਉਸ ਯਾਰ ਨੂੰ ਮਿਲਣਾ ਚਾਹੁੰਦਾ ਹੈ, ਜੇ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਇਹ ਭਟਕਣਾ ਬੰਦ ਕਰ ਦੇ, ਕਦੇ ਇਸ ਥਾਵਾਂ ਤੇ, ਕਦੇ ਉਸ ਥਾਵਾਂ ਤੇ, ਕਦੇ ਪਹਾੜਾਂ ਤੇ, ਕਦੇ ਮਿੱਟੀ ਤੇ, ਕਦੇ ਕਿਸੇ ਹੋਰ ਥਾਵਾਂ ਤੇ। ਜਿਹੜਾ ਉਹ ਰਾਸਤਾ ਹੈ ਉਹ शाहरग ਦੇ ਵਿੱਚ ਹੈ, ਉਹ ਉਸ ਬੈਠਣ ਦੇ ਵਿੱਚ ਹੈ। ਉਹ ਪਰਮਾਤਮਾ ਨਹੀਂ ਚਾਹੁੰਦਾ ਕਿ ਉਹ ਸਾਨੂੰ, ਮੇਰਾ ਬੱਚਾ ਇੱਥੇ ਤੋਂ ਉੱਥੇ ਜਾ ਕੇ ਭਟਕਦਾ ਰਹੇ ਮੇਰੀ ਤਲਾਸ਼ ਦੇ ਵਿੱਚ। ਆਪਾਂ ਮਰਗ ਕਸਤੂਰੀ ਦਾ ਐਗਜ਼ਾਮਪਲ ਲੈਂਦੇ ਆ। ਮਰਗ ਦੀ ਨਾਭੀ ਦੇ ਵਿੱਚ ਇੱਕ ਕਸਤੂਰੀ ਹੁੰਦੀ ਹੈ, ਜਿਹੜਾ ਕਿ ਉਸ ਦੀ ਜਿਹੜੀ ਖੁਸ਼ਬੂ ਆਉਂਦੀ ਰਹਿੰਦੀ ਹੈ, ਤੇ ਉਹ ਆਂਦੀ ਉਹਦੀ ਜਿਹੜੀ ਨਾਭੀ ਹੈ, ਬੈਲੀ ਬਟਨ ਜਿਹੜਾ ਹੁੰਦਾ ਹੈ, ਉਸ ਤੋਂ ਆਂਦੀ ਰਹਿੰਦੀ ਹੈ। ਲੇਕਿਨ ਮਰਗ ਜਿਹੜਾ ਹੈ ਉਹ ਪੂਰੇ ਜੰਗਲ ਦੇ ਵਿੱਚ ਫਿਰਦਾ ਰਹਿੰਦਾ ਹੈ ਉਸ ਦੀ ਖੁਸ਼ਬੂ ਵਾਸਤੇ, ਤੇ ਆਖਰ ਦੇ ਵਿੱਚ ਕੀ ਹੁੰਦਾ ਹੈ, ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦਾ ਹੈ ਜਾਂ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਬਣ ਜਾਂਦਾ ਹੈ। ਉਹੀ ਸਾਡਾ ਹਾਲ ਹੋਇਆ ਪਿਆ ਹੈ ਭਾਈ। ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਹੈ, ਆਪਾਂ ਉਹਨਾਂ ਨੂੰ ਭਾਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਜਿਹੜਾ ਉਹ ਪਰਮਾਤਮਾ ਹੈ ਉਹ ਸਾਡੇ ਅੰਦਰ ਹੈ, ਉਹ ਭਾਰ ਨਹੀਂ ਹੈ। ਭਾਰ ਤੋਂ ਸਿਰਫ ਸਾਨੂੰ ਟੀਚਿੰਗਸ ਮਿਲ ਸਕਦੀਆਂ ਹਨ, ਭਾਰ ਤੋਂ ਸਿਰਫ ਸਾਡਾ এনवायरमेंट ਕ੍ਰੀਏਟ ਹੋ ਸਕਦਾ ਹੈ, ਲੇਕਿਨ ਜਿਹੜੀ ਉਹ ਪ੍ਰੈਕਟੀਕੈਲਿਟੀ ਹੈ, ਜਿਹੜੀ ਉਹ ਸੱਚ ਵਿੱਚ ਸਾਨੂੰ ਕਰਨਾ ਹੈ, ਉਹ ਅੰਦਰ ਤੋਂ ਕਰਨਾ ਹੈ। ਜਿਨ੍ਹਾਂ ਨੂੰ ਵੀ ਮਿਲਾ ਹੈ ਅੰਦਰ ਤੋਂ ਮਿਲਾ ਹੈ, ਜਿਨ੍ਹਾਂ ਨੂੰ ਵੀ ਮਿਲੇਗਾ ਅੰਦਰ ਤੋਂ ਮਿਲੂਗਾ। ਆਪਾਂ ਕਿਸੇ ਵੀ ਸੰਤ ਮਹਾਤਮਾ ਦੀ ਬਾਣੀ ਪੜ ਲਈਏ, ਆਪਾਂ ਕਿਸੇ ਵੀ ਧਰਮ ਨੂੰ ਪੜ ਲਈਏ, ਉੱਥੇ ਇਸ਼ਾਰਾ ਅੰਦਰ ਦੀ ਤਰਫ ਕੀਤਾ ਗਿਆ ਹੈ, ਬਾਹਰ ਦੀ ਤਰਫ ਨਹੀਂ ਕੀਤਾ ਗਿਆ। ਇਸ ਭਰਮ ਦੇ ਵਿੱਚ ਨਾ ਰਹੋ। ਉੱਥੇ ਹਿੰਦੂ ਦੇ ਵਿੱਚ ਉਹਨਾਂ ਨੂੰ ਸੁਸ਼ਮਨਾ ਨਾੜੀ ਕਹਿ ਦਿੰਦੇ ਆ, ਸਿੱਖਾਂ ਦੇ ਵਿੱਚ ਸੁਖਮਨਾ ਕਹਿ ਦਿੰਦੇ ਆ, ਚਰਚ ਜੇ ਕ੍ਰਿਸਚੀਅਨਿਟੀ ਦੇ ਵਿੱਚ ਰਾਇਲ ਹਾਈਵੇ ਕਹਿ ਦਿੰਦੇ ਆ। ਪਰ ਸਾਨੂੰ ਸਮਝਣ ਦੀ ਲੋੜ ਹੈ ਭਾਈ। ਲਫ਼ਜ਼ ਜਿਹੜੇ ਹਨ ਉਹ ਅਲੱਗ-ਅਲੱਗ ਹੋ ਸਕਦੇ ਹਨ, ਲੇਕਿਨ ਉਹ ਜਿਹੜੀ ਤਾਲੀਮ ਹੈ, ਉਹ ਜਿਹੜੀ ਟੀਚਿੰਗ ਹਨ, ਉਹ ਅੰਦਰਲੇ ਵਾਸਤੇ ਹੈ। ਸਾਨੂੰ ਅੰਦਰ ਖਿੱਚ ਕਰਨੀ ਹੈ। ਉਹ ਬਿਲਵਡ ਜਿਹੜਾ ਹੈ ਉਹ ਅੰਦਰ ਸਾਡੇ ਬੈਠਾ ਹੋਇਆ ਹੈ। ਸਾਨੂੰ ਉਸ ਪਰਮਾਤਮਾ ਨੂੰ ਜੇ ਪਾਣਾ ਹੈ ਤਾਂ ਅੰਦਰ ਤੋਂ ਪਾਣਾ ਹੈ। ਫਿਰ ਅੱਗੇ ਕੀ ਸਮਝਾਉਂਦੇ ਆ, ਮੁਰਸ਼ਿਦੇ ਕਾमिल से मिल सिदक और सबूरी से तकी, जो तुझे देगा फहम शाहरग के पाने के लिए। कि ओ डिवोटी meet the perfect master with sincerity and patience, he will give you the secret to find the शाहरग। उन्होंने आगे समझाਉਂਦੇ ਆ कि ओ जड़ा मुर्शिद है वो सच्चे मुर्शिद से मिल, वो सच्चे गुरु से मिल, जो तुझे वो टीचिंग देगा, जो तुझे वो इनिशिएशन देगा, वो नामदान देगा कि तू उस परमात्मा से जाके मिल सकता है, जो तुझे वो रास्ता बतलाएगा, जो तुझे वो एक कंसेप्ट देगा कि तुसी जाके उस परमात्मा दे नाल मिल सकते हो। जब तक वो गुरु साडे कोल नहीं आवेगा, जब तक वो सानू नहीं समझावेगा, आपां नहीं समझ सकते भाई, आपां नहीं समझ सकते। आपां सोचो जे आपां किसी थावां ते जांदे आ, किसी गाइड टूर दी सानू लोड़ पैंदी है, जे वो गाइड टूर साडे कोल हुंदा है, आपां नू रास्ते दा सच्चा पता लग जांदा है, आपां नू पता लग जांदा है आपां नू किस टाइम उत्थे जाना है, की उत्थे सानू प्रिकॉशन लेने दी लोड़ है, किवें आपां सही रास्ते दे उत्ते हैगे भी आ कि नहीं हैगे आ। जद आपां नू किसी थावां ते जाण वास्ते किसी दी लोड़ पैंदी आ तां आपां की सोचदे आ, जिहड़ा परमारथ दा रास्ता है, इत्थे इंसान दे विच ओह ताकत है कि ये कल्ला उत्थे चला जाऊगा। भाई सानू गुरु दी लोड़ पैंदी है, जिहड़ा सानू उस चीज़ दा मतलब समझा सके, सानू समझा सके कि साडे वास्ते की सही है की गलत है। तो वो सानू समझा रहे हैं कि जद तू उस मुर्शिदे कामिल से मिलेगा,
ਉਹ ਤੁਹਾਨੂੰ ਉਹ ਨਾਮਦਾਨ ਦੇਊਗਾ, ਉਹ ਜੁਗਤੀ ਸਮਝਾਊਗਾ ਕਿ ਆਪਾਂ ਨੇ ਕਿਵੇਂ ਉਸ ਪਰਮਾਤਮਾ ਦੇ ਨਾਲ ਜਾ ਕੇ ਮਿਲਣਾ ਹੈ। ਅੱਗੇ ਸਾਨੂੰ ਸਮਝਾਉਂਦੇ ਹਨ, ਗੋਸ਼ੇ ਬਾਤਨ ਉਹ ਕੁਸ਼ਾਦਾ ਜੋ ਕਰੇ ਕੁਛ ਦਿਨ ਅਮਲ, ਲਾ ਇਲਾਹਾ ਅੱਲਾਹੂ ਅਕਬਰ ਪੇ ਜਾਣੇ ਕੇ लिए। ਹੁਣ ਸਾਨੂੰ ਸਮਝਾਉਂਦੇ ਹਨ, if you do the practice for a few days, the inner way will open before you. It is the path to reach Allah, the one God most high. ਸਾਨੂੰ ਕੀ ਸਮਝਾਉਂਦੇ ਹਨ ਕਿ ਜੇ ਤੂੰ ਇਹ ਉਸ ਗੁਰੂ ਦੇ ਦਿੱਤੇ ਹੋਏ ਨਾਮ ਦੀ ਕਦਰ ਕਰੂਗਾ, ਜੇ ਉਸ ਦਾ ਧਿਆਨ ਕਰੂਗਾ, ਜੇ ਭਜਨ ਸਿਮਰਨ ਕਰੂਗਾ, ਤੇ ਕੁਝ ਦਿਨਾਂ ਦੇ ਵਿੱਚ ਹੀ ਸੱਚੀ ਸ਼ਿੱਦਤ ਦੇ ਨਾਲ ਤੂੰ ਉਸ ਪਰਮਾਤਮਾ ਦੇ ਅੱਗੇ ਪਹੁੰਚ ਜੂਗਾ, ਉਹ ਪਰਮਾਤਮਾ ਤੇਰੇ ਕੋਲ ਆ ਜੂਗਾ। ਇੱਥੇ ਥਰਡ ਆਈ ਦੇ ਵਿੱਚ ਮਹਾਰਾਜ ਚਰਨ ਸਿੰਘ ਜੀ ਸਾਨੂੰ ਕੀ ਸਮਝਾਉਂਦੇ ਹੁੰਦੇ ਸੀ, ਇਫ ਦਾ ਆਈ ਬੀ ਸਿੰਗਲ ਦਾ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜੇ ਤੁਸੀਂ ਇੱਕ ਅੱਖ ਵਾਲੇ ਬਣ ਜਾਵੋਗੇ ਤੁਹਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਆਪਾਂ ਨੂੰ ਉਸ ਇੱਕ ਅੱਖ ਵਾਲਾ ਬਣਨਾ ਹੈ। ਜਦ ਆਪਾਂ ਉਸ ਪਰਮਾਤਮਾ ਦੇ ਦਿੱਤੇ ਹੋਏ ਨਾਮ ਦੇ ਉੱਤੇ ਚੱਲਾਂਗੇ, ਸੱਚੇ ਇਨਸਾਨ ਬਣਾਂਗੇ, ਆਪਣੇ ਦਿਲ ਨੂੰ ਸਾਫ਼ ਕਰਾਂਗੇ, ਤਾਂ ਆਪਾਂ ਵੀ ਉਸ ਪਰਮਾਤਮਾ ਦੇ ਲਾਇਕ ਬਣ ਜਾਵਾਂਗੇ। ਉਹ ਪਰਮਾਤਮਾ ਵੀ ਸਾਡੇ ਕੋਲ ਆ ਜਾਊਗਾ। और यही वो पाथ है जिथे वो अल्लाह, जिथे वो भगवान, जिथे वो वाहिगुरु, जिथे वो राम सानू मिलूगा। और इस तो उच्ची अवस्था नहीं हो सकती। द मोस्ट हाई प्लेस इन द यूनिवर्स, सब तो उच्चा स्थान अगर कोई इस दुनिया दे विच है तो उस परमात्मा दा स्थान है। आखर दे विच सानू की समझाउंदे आ, यह सदा तुलसी की है, आमिल अमल कर ध्यान दे, कुन कुरान में है लिखा अल्लाह है अकबर के लिए। ਸਾਨੂੰ ਸਮਝਾਉਂਦੇ ਹਨ, this is the call of Tulsi, O practitioner, do the practice with concentration. The Shabad described in the Quran will take you to Allah the Most High. ਕੀ ਸਮਝਾਉਂਦੇ ਹਨ ਕਿ ਜਦ ਇਹੀ ਸਾਰਾ ਕੁਝ ਹੈਗਾ। ਤੁਸੀਂ ਦੇਖੋ ਤੁਲਸੀ ਸਾਹਿਬ ਇੱਕ ਹਿੰਦੂ ਘਰਾਣੇ ਦੇ ਵਿੱਚ ਸੀਗੇ, ਹਿੰਦੂ ਧਰਮ ਦੇ ਵਿੱਚ ਸੀਗੇ, ਤੇ ਸ਼ੇਖ ਤਕੀ ਜਿਹੜਾ ਸੀ ਉਹ ਮੁਸਲਮਾਨ ਸੀਗਾ। ਫਿਰ ਵੀ ਇੱਥੇ ਦੇਖੋ ਕਿੰਨੀ ਅੱਛੀ ਕੈਮਿਸਟਰੀ ਸਾਨੂੰ ਵੇਖਣ ਨੂੰ ਮਿਲੀ ਕਿ ਜਦੋਂ ਸੱਚਾ ਗੁਰੂ ਸਾਡੇ ਕੋਲ ਆਂਦਾ ਹੈ ਉਹ ਸਾਨੂੰ ਧਰਮਾਂ ਮਜਮਾ ਦੇ ਵਿੱਚ ਸਾਨੂੰ ਫਸਾਉਣ ਵਾਸਤੇ ਨਹੀਂ ਆਂਦਾ। ਸ਼ੇਖ ਤਕੀ ਇੱਕ ਮੁਸਲਮਾਨ ਸੀਗਾ। ਤੁਲਸੀਦਾਸ ਚਾਹੁੰਦੇ ਤਾਂ ਉਹਨਾਂ ਨੂੰ ਧਰਮ ਬਾਰੇ, ਹਿੰਦੂ ਧਰਮ ਦੀ ਕੋਈ ਬਾਣੀ ਲੈ ਸਕਦੇ ਸੀ, ਉਹਨਾਂ ਨੂੰ ਕਹਿ ਸਕਦੇ ਸੀ ਤੁਸੀਂ ਧਰਮ ਪਰਿਵਰਤਨ ਕਰ ਲਓ, ਲੇਕਿਨ ਸੱਚੇ ਗੁਰੂ ਦੀ ਇਹੀ ਪਛਾਣ ਹੁੰਦੀ ਹੈ। ਉਹ ਜਿਹੜਾ ਗੁਰੂ ਹੈ ਉਹ ਕਦੇ ਵੀ ਸਾਨੂੰ ਕਿਸੇ ਧਰਮ ਦੇ ਉੱਤੇ ਨਹੀਂ ਲਾਂਦਾ, ਉਸ ਦੇ ਲਈ ਸਾਰੇ ਧਰਮ ਬਰਾਬਰ ਹੁੰਦੇ ਹਨ। ਇਸ ਕਰਕੇ ਉਹਨਾਂ ਨੇ ਇਹ ਪੂਰਾ ਸ਼ਬਦ ਉਚਾਰਿਆ ਸ਼ੇਖ ਤਕੀ ਦੇ ਸਾਹਮਣੇ ਕਿ ਉਹਨੂੰ ਅੱਲਾ ਦਾ ਹੀ ਐਗਜ਼ਾਮਪਲ ਲੈ ਕੇ ਉਹਨਾਂ ਨੂੰ ਸਮਝਾਇਆ। ਉਹਨਾਂ ਨੇ ਸ਼ੁਰੂਆਤ ਕੀਤੀ, ਦਿਲ ਦਾ ਹੁਜਰਾ ਸਾਫ਼ ਕਰ ਜਾਣਾ ਕਿ ਆਣੇ ਕੇ ਲਈ, ਤੇ ਮਿਡਲ ਦੇ ਵਿੱਚ ਉਹਨਾਂ ਨੇ ਚੇਤਾਵਨੀ ਵੀ ਦਿੱਤੀ, ਸੱਚਾ ਮੰਦਿਰ ਕਿਹੜਾ ਹੈ, ਸੱਚੀ ਮਸਜਿਦ ਕਿਹੜੀ ਹੈ, ਸੱਚਾ ਕਾਬਾ ਕਿਹੜਾ ਹੈ। ਕਿਉਂਕਿ ਸ਼ੇਖ ਤਕੀ ਕਾਬੇ ਤੋਂ ਆ ਰਿਹਾ ਸੀਗਾ ਤਾਂ ਉਹਨਾਂ ਨੂੰ ਸਮਝਾਇਆ ਕਿ ਸੱਚਾ ਕਾਬਾ ਤੇਰੇ ਅੰਦਰ ਹੈ ਭਾਈ। ਫਿਰ ਆਖਰ ਦੇ ਵਿੱਚ ਉਹਨਾਂ ਨੂੰ ਕੀ ਸਮਝਾ ਰਹੇ ਹਾਂ ਕਿ ਜਿਹੜਾ ਕੁਝ ਵੀ ਮੈਂ ਤੈਨੂੰ ਸਮਝਾਇਆ ਹੈ ਇਹ ਨਹੀਂ ਕਿ ਇਸ ਕਾਮ ਤੋਂ ਸੁਣ ਕੇ ਦੂਜੇ ਕਾਮ ਤੋਂ ਨਿਕਾਲ ਦਿਆ, ਇਹਦੇ ਵਿੱਚ ਅਮਲ ਲੈ ਕੇ ਆਣਾ ਹੈ ਭਾਈ। ਇਹਨਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਲੈ ਕੇ ਆਣਾ ਹੈ। ਜਦ ਤੂੰ ਇਸ ਦੇ ਵਿੱਚ ਅਮਲ ਲਾਵੇਗਾ, ਇਸ ਚੀਜ਼ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਪ੍ਰੈਕਟੀਕੈਲਿਟੀ ਦੇ ਵਿੱਚ ਲਾਵਾਂਗਾ, ਤਾਂ ਉਹ ਜਿਹੜਾ ਪਰਮਾਤਮਾ ਹੈ ਉਹ ਤੁਹਾਡੇ ਸਾਹਮਣੇ ਖੜਾ ਪਾਊਗਾ। ਤਾਂ ਆਪਾਂ ਨੂੰ ਵੀ ਇਸ ਚੀਜ਼ ਤੋਂ ਸਮਝਣਾ ਹੈ ਭਾਈ, ਇਹ ਜਿਹੜੇ ਸ਼ਬਦ ਹਨ ਇਹ ਕਿਸੇ ਇੱਕ ਬੰਦੇ ਦੇ ਨਹੀਂ ਹੁੰਦੇ ਆ, ਇਹ ਜਿਹੜੇ ਸੰਤ ਮਹਾਤਮਾ ਹੁੰਦੇ ਆ ਪੂਰੀ ਕਾਇਨਾਤ ਵਾਸਤੇ ਲਿਖਦੇ ਆ, ਹਰ ਯੁੱਗ ਵਾਸਤੇ ਲਿਖਦੇ ਆ। ਸਾਰੇ ਸੰਤ ਮਹਾਤਮਾ ਨੇ ਸਾਨੂੰ ਇਹੀ ਸਮਝਾਇਆ ਹੈ। ਤੁਸੀਂ ਵੇਖੋ ਇੰਨੇ ਗੁਰੂ ਸਾਡੇ ਕੋਲ ਆਏ ਹਨ, ਭਾਵੇਂ ਆਪਾਂ ਦਸ਼ ਪਾਤਸ਼ਾਹੀ ਦੀ ਗੱਲ ਕਰ ਲਈਏ, ਭਾਵੇਂ ਆਪਾਂ ਰਾਧਾ ਸੁਆਮੀ ਪੰਥ ਦੀ ਗੱਲ ਕਰ ਲਈਏ, ਭਾਵੇਂ ਆਪਾਂ ਹੋਰ ਕਿਸੇ ਸੰਤ ਮਹਾਤਮਾ ਦੀ ਗੱਲ ਕਰ ਲਈਏ, ਸਾਰਿਆਂ ਨੇ ਸਾਨੂੰ ਇੱਕੋ ਹੀ ਚੀਜ਼ ਸਮਝਾਈ ਹੈ ਤੇ ਸਮਝਾਉਂਦੇ ਹੁੰਦੇ ਆ ਰਹੇ ਹਨ। ਲੇਕਿਨ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਭਾਈ ਕਿ ਆਪਾਂ ਨੂੰ ਸਿੱਖਣਾ ਹੈ। ਜਦ ਤੱਕ ਆਪਾਂ ਸਿੱਖਾਂਗੇ ਨਹੀਂ, ਜਦ ਤੱਕ ਆਪਾਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਵਿੱਚ ਨਹੀਂ ਲਾਵਾਂਗੇ, ਉਸ ਚੀਜ਼ ਨੂੰ ਭੁੱਲ ਜਾਈਏ ਕਿ ਆਪਾਂ ਕੁਝ ਪਾ ਸਕਦੇ ਹਾਂ। ਆਪਾਂ ਨੂੰ ਕੋਈ ਟੈਗ ਨਹੀਂ ਲਾਉਣਾ ਹੈ ਕਿ ਆਪਾਂ ਰਾਧਾ ਸੁਆਮੀ ਹਨ ਜਾਂ ਆਪਾਂ ਕਿਸੇ ਹੋਰ ਧਰਮ ਦੇ ਨਾਲ ਜੁੜੇ ਹੋਏ ਹਨ। ਟੈਗ ਲਾਉਣ ਵਾਸਤੇ ਸਾਡੀ ਜ਼ਿੰਦਗੀ ਨਹੀਂ ਬਣਨ ਲੱਗੀ ਭਾਈ। ਜਿਹੜਾ ਕੁਝ ਵੀ ਮਿਲੂਗਾ ਅੰਦਰ ਤੋਂ ਮਿਲੂਗਾ, ਕਮਾਈ ਕਰਨ ਵਾਸਤੇ ਮਿਲੂਗਾ। ਤੇ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ? ਇੱਥੇ ਤੋਂ ਉੱਠਣ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਕੁਝ ਵੀ ਸਾਨੂੰ ਸਮਝਾਇਆ ਜਾਂਦਾ ਹੈ ਉਸ ਨੂੰ ਆਪਾਂ ਨੇ ਕੋਈ ਇਵੈਂਟ ਨਹੀਂ ਬਣਾਉਣਾ ਹੈ ਕਿ ਅੱਜ ਸਤਸੰਗ ਹੈ ਚਲੋ ਭੱਜ ਚੱਲਦੇ ਆ। ਲੇਕਿਨ ਭਾਈ ਜੇ ਤੁਸੀਂ ਇਸ ਚੀਜ਼ ਨੂੰ ਅਮਲ ਦੇ ਉੱਤੇ ਨਹੀਂ ਲਾਓਗੇ, ਬਾਰ-ਬਾਰ ਇਹੀ ਬੇਨਤੀ ਕੀਤੀ ਜਾਂਦੀ ਹੈ, ਜੇ ਅਮਲ ਵਿੱਚ ਨਹੀਂ ਲਾਓਗੇ ਤਾਂ ਫਿਰ ਉਹ ਚੀਜ਼ ਸਾਨੂੰ ਨਹੀਂ ਮਿਲ ਸਕਦੀ। ਭਟਕਦੇ ਰਹਾਂਗੇ।
ਪਤਾ ਨਹੀਂ ਕਿੰਨੇ ਜਨਮ ਬਾਅਦ ਉਸ ਪਰਮਾਤਮਾ ਨੇ ਸਾਨੂੰ ਇਹ ਦਾਤ ਬਖਸ਼ੀ ਹੈ ਕਿ ਆਪਾਂ ਉਸ ਭਜਨ ਸਿਮਰਨ ਨੂੰ ਕਰਕੇ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਤੁਸੀਂ ਸੋਚੋ, ਤੁਹਾਡੇ ਨੇੜੇ ਤੇੜੇ ਕਿੰਨੇ ਪਰਿਵਾਰ ਰਹਿੰਦੇ ਹੋਣਗੇ ਜਿਨ੍ਹਾਂ ਨੂੰ ਉਹ ਚੀਜ਼ ਨਹੀਂ ਮਿਲਦੀ, ਉਹ ਅੱਜ ਵੀ ਉਸ ਚੀਜ਼ ਦੇ ਵਿੱਚ ਹੀ ਫਸੇ ਹੋਏ ਹਨ। ਤੁਸੀਂ ਕਿੰਨੇ ਲੱਕੀ ਹੋ, ਤੁਸੀਂ ਕਿੰਨੇ ਭਾਗਾ ਵਾਲੇ ਹੋ ਕਿ ਤੁਹਾਨੂੰ ਨਾਮਦਾਨ ਮਿਲਿਆ ਹੋਇਆ ਹੈ, ਤੁਹਾਨੂੰ ਸਤਸੰਗ ਵਾਸਤੇ ਤੁਹਾਡਾ ਪਰਿਵਾਰ ਜੁੜਿਆ ਹੋਇਆ ਹੈ। ਕਿ ਸਾਡੀ ਡਿਊਟੀ ਨਹੀਂ ਬਣਦੀ ਪਾਈ, ਕਿ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਾਂ ਉਸ ਪਰਮਾਤਮਾ ਦੀ ਭਗਤੀ ਕਰੀਏ। ਠੀਕ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਇੰਨੀ ਡਿਸਟਰੈਕਸ਼ਨ ਹਨ, ਇੰਨੀ ਐਂਜ਼ਾਈਟੀ ਹਨ, ਇੰਨੀ ਚੀਜ਼ਾਂ ਹਨ, ਮੈਂ ਸਮਝ ਸਕਦਾ ਹਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਕੀ ਚੱਲਦਾ ਹਨ। ਲੇਕਿਨ ਭਾਈ ਜੇ ਆਪਾਂ ਵਿਸ਼ਵਾਸ ਰੱਖਾਂਗੇ ਨਾ ਤਾਂ ਆਪਾਂ ਫਿਰ ਭਟਕਦੇ ਨਹੀਂ। ਕੱਲ ਦਾ ਜਿਹੜਾ ਸਤਸੰਗ ਹੋਇਆ ਸੀ ਉਹਦੇ ਵਿੱਚ ਪਾਠੀ ਜੀ ਨੇ, ਜਿਹੜੇ ਕਿ ਪੂਰਵ ਸੈਕਟਰੀ ਸਾਹਿਬ ਸੀ, ਸੇਠੀ ਸਾਹਿਬ, ਉਹਨਾਂ ਨੇ ਇੱਕ ਬਹੁਤ ਅੱਛਾ ਐਗਜ਼ਾਮਪਲ ਲਿੱਤਾ ਸੀ। ਇੱਕ ਜਹਾਜ਼ ਸੀਗਾ, ਉਹਦੇ ਵਿੱਚ ਉਹ ਜਹਾਜ਼ ਚੱਲ ਰਿਹਾ ਸੀਗਾ ਆਸਮਾਨ ਦੇ ਵਿੱਚ, ਤਾਂ ਉਹਦੇ ਵਿੱਚ ਕੋਈ ਟੈਕਨੀਕਲ ਫਾਲਟ ਆ ਜਾਂਦਾ ਹੈ। ਤਾਂ ਜਿਹੜਾ ਟੀਮ ਹੁੰਦੀ ਹੈ ਉੱਥੇ 에ਅਰ ਹੋਸਟੈਸ ਦੀ, ਉਹ ਕਹਿੰਦੀ ਹੈ ਕਿ ਸਾਰੇ ਆਪਣੀ ਸੀਟ ਬੈਲਟ ਜਿਹੜੀ ਹੈ ਉਹ ਉਹਨਾਂ ਨੂੰ ਬਾਂਧ ਲਓ। ਤੇ ਉੱਥੇ ਸਾਰੇ ਆਪਣੀ ਸੀਟ ਬੈਲਟ ਨੂੰ ਬਾਂਧ ਲੈਂਦੇ ਆ ਤੇ ਬੜੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ, ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਤਾਂ ਫਿਰ ਇੱਕ ਜਿਹੜੀ ਕੁੜੀ ਹੈ ਉਹ ਆਪਣੀ ਸੀਟ ਬੈਲਟ ਨਹੀਂ ਬਾਂਧਦੀ। ਸਾਰੇ ਉਹਨਾਂ ਤੋਂ ਪੁੱਛਦੇ ਆ ਕਿ ਬੇਟੀ, ਜੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਸਾਨੂੰ ਸੀਟ ਬੈਲਟ ਬਾਂਧ ਲੈਣੀ ਚਾਹੀਦੀ ਹੈ। ਤਾਂ ਉਹ ਮੁਸਕਰਾਉਂਦੀ ਹੈ, ਕਹਿੰਦੀ ਹੈ ਮੈਨੂੰ ਲੋੜ ਨਹੀਂ। ਉਹ ਕਹਿੰਦੀ ਹੈ ਕਿਉਂ? ਕਿਉਂਕਿ ਜਿਹੜਾ ਜਹਾਜ਼ ਹੈ ਉਹ ਮੇਰਾ ਪਿਓ ਹੈ, ਉਹ ਉਡਾ ਰਿਹਾ ਹੈ, ਮੇਰਾ ਫਾਦਰ ਜਿਹੜਾ ਹੈ ਉਹ ਉਡਾ ਰਿਹਾ ਹੈ। ਮੈਨੂੰ ਆਪਣੇ ਪਿਓ ਦੇ ਉੱਤੇ ਵਿਸ਼ਵਾਸ ਹੈ, ਉਹ ਮੈਨੂੰ ਡਿੱਗਣ ਨਹੀਂ ਦੇਊਗਾ। ਤਾਂ ਭਾਈ ਸਾਡੀ ਜ਼ਿੰਦਗੀ ਦਾ ਜਹਾਜ਼ ਵੀ ਤਾਂ ਉਹ ਪਰਮਾਤਮਾ ਉਡਾ ਰਿਹਾ ਹੈ, ਕਿ ਆਪਾਂ ਉਹਦੇ ਤੋਂ ਉੱਤੇ ਵਿਸ਼ਵਾਸ ਨਹੀਂ ਕਰਾਂਗੇ? ਤੁਸੀਂ ਕੀ ਸੋਚਦੇ ਹੋ ਤੁਹਾਨੂੰ ਸੁੱਟ ਦੂਗਾ? ਕਦੇ ਨਹੀਂ ਸੁੱਟਣ ਲੱਗਾ ਭਾਈ। ਆਪਾਂ ਜਿਸ ਗੱਡੀ ਦੇ ਵਿੱਚ ਆਉਂਦੇ ਆ, ਜਿਸ ਰੇਲ ਦੇ ਵਿੱਚ ਜਾਂਦੇ ਆ, ਆਪਾਂ ਡਰਾਈਵਰ ਨੂੰ ਨਹੀਂ ਜਾਣਦੇ, ਫਿਰ ਵੀ ਆਪਾਂ ਆਪਣੇ ਬੜੇ ਆਰਾਮ ਦੇ ਨਾਲ ਉੱਥੇ ਖਾਂਦੇ ਆ, ਪੀਂਦੇ ਆ, ਆਪਣੀ ਜਰਨੀ ਦੇ ਵਿੱਚ ਮਜ਼ੇ ਕਰਦੇ ਆ। ਇਹ ਜਿਹੜੀ ਜ਼ਿੰਦਗੀ ਹੈ ਆਪਾਂ ਕੀ ਸੋਚ ਰਹੇ ਆ, ਇਹ ਤੁਸੀਂ ਚਲਾ ਰਹੇ ਹੋ? ਕਦੇ ਵੀ ਨਹੀਂ ਚਲਾ ਸਕਦੇ। ਉਹ ਪਰਮਾਤਮਾ ਨੇ ਤੁਹਾਡੀ ਜ਼ਿੰਮੇਵਾਰੀ ਚੁੱਕੀ ਹੋਈ ਹੈ, ਉਹ ਸਾਡਾ ਡਰਾਈਵਰ ਹੈ, ਉਹ ਸਾਡਾ ਪਾਇਲਟ ਹਨ। ਆਪਾਂ ਨੇ ਉਹਦੇ ਉੱਤੇ ਵਿਸ਼ਵਾਸ ਕਰਨਾ ਹੈ। ਇਸ ਸਤਸੰਗ ਤੋਂ ਸਾਨੂੰ ਸਿੱਖਣਾ ਹੈ, ਸਾਨੂੰ ਗੁਰੂ ਵਾਲਾ ਬਣਨਾ ਹੈ, ਸਾਨੂੰ ਭਗਤੀ ਕਰਕੇ ਵਿਖਾਉਣੀ ਹੈ। ਆਪਾਂ ਨੂੰ ਇਹੋ ਜਿਹਾ ਬਣਨਾ ਹੈ ਕਿ ਜਦ ਆਪਾਂ ਉਸ ਪਰਮਾਤਮਾ ਦੇ ਕੋਲ ਜਾਵਾਂਗੇ, ਆਪਾਂ ਉਸ ਪਰਮਾਤਮਾ ਦੇ ਨਾਲ ਘੱਟੋ ਘੱਟ ਅੱਖ ਤਾਂ ਮਿਲਾ ਲੈ ਸਕਾਂਗੇ। ਆਪਾਂ ਸ਼ਰਮ ਦੇ ਵਿੱਚ ਤਾਂ ਨਹੀਂ ਰਵਾਂਗਾ ਕਿ ਪਰਮਾਤਮਾ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਸੀ ਪਰ ਮੈਂ ਕਰ ਨਹੀਂ ਪਾਇਆ। ਆਪਾਂ ਨੇ ਇਹੋ ਜਿਹਾ ਨਹੀਂ ਬਣਨਾ ਹੈ ਭਾਈ। ਆਪਾਂ ਨੇ ਉਸ ਪਰਮਾਤਮਾ ਦੇ ਪੁੱਤਰ ਹਨ, ਸਾਨੂੰ ਚੰਗਾ ਬਣਨਾ ਹੈ, ਚੰਗਾ ਇਨਸਾਨ ਬਣ ਕੇ ਵਿਖਾਉਣਾ ਹੈ। ਕਿਸੇ ਨੂੰ ਮਾੜਾ ਨਹੀਂ ਬੋਲਣਾ ਹੈ, ਕਿਸੇ ਨੂੰ ਘਾਟਾ ਨਹੀਂ ਕਰਨਾ ਹੈ। ਸੱਚੀ ਹੱਕ ਹਲਾਲ ਦੀ ਕਮਾਈ ਕਰਦੇ ਹੋਏ, ਪਰਮਾਤਮਾ ਦੀ ਦਿੱਤੀ ਹੋਈ ਸ਼ਰਤਾਂ ਨੂੰ ਪੂਰੀ ਕਰਦੇ ਹੋਏ ਆਪਾਂ ਨੇ ਅੱਗੇ ਵਧਣਾ ਹੈ। ਆਪ ਜੀ ਦੇ ਅੱਗੇ ਬੇਨਤੀ ਹੈ ਕਿ ਆਪਾਂ ਨੇ ਭਜਨ ਸਿਮਰਨ ਕਰਕੇ ਵਿਖਾਉਣਾ ਹੈ, ਚੰਗਾ ਇਨਸਾਨ ਬਣਨਾ ਹੈ ਤੇ ਗੁਰੂ ਵਾਲਾ ਬਣਨਾ ਹੈ ਜੀ। ਰਾਧਾ स्वामी जी।